Good morning, student. Very warm wishes to all of you. So our next topic, that is a chapter number 10, special purpose book first. It's a cash book. So bete, in previous video we have discussed about the journal and ledger. Now next topic, that is a cash book. How can we prepare a cash book? ਕੈਸ਼ ਬੁੱਕ ਬੇਟੇ ਉੱਦਾਂ ਹੀ ਪ੍ਰਪੇਅਰ ਕੀਤੀ ਜਾਂਦੀ ਹੈ ਜਿੱਦਾਂ ਕਿ ਲੈਜ਼ਰ ਪ੍ਰਪੇਅਰ ਕੀਤਾ ਜਾਂਦਾ ਆ। ਸੋ ਲੈਜ਼ਰ ਦੇ ਵਿੱਚ ਅਸੀਂ ਹਰ ਇੱਕ ਅਕਾਊਂਟ ਦੇ ਜਿਹੜੇ ਅਕਾਊਂਟ ਸੀ ਉਹ ਪ੍ਰਪੇਅਰ ਕਰਦੇ ਸੀਗੇ, ਹਰ ਇੱਕ ਨਾਮ ਦੇ ਅਕਾਊਂਟ ਪ੍ਰਪੇਅਰ ਕਰਦੇ ਸੀਗੇ। ਬਟ ਕੈਸ਼ ਬੁੱਕ ਦੇ ਵਿੱਚ ਅਸੀਂ ਉਹੀ ਐਂਟਰੀਜ਼ ਜਿਹੜੀਆਂ ਉਹਨਾਂ ਨੂੰ ਟ੍ਰਾਂਜੈਕਟ ਕਰਾਂਗੇ ਜਿਹੜੀਆਂ ਕਿ ਓਨਲੀ ਐਂਡ ਓਨਲੀ ਰਿਲੇਟਡ ਟੂ ਕੈਸ਼ ਹੋਣਗੀਆਂ। ਸੋ ਇਸ ਚੈਪਟਰ ਦੇ ਵਿੱਚ ਬੇਟੇ ਅਸੀਂ ਕਰਾਂਗੇ meaning of subsidiary book, okay, classification of subsidiary book, subdivision of journal, advantages, meaning, kind, and kind of cash book, that is a simple cash book and a double column cash book, balancing and posting of cash book, and also we can do petty cash book, okay. So is the that is a introduction. Business transactions are numerical and it becomes difficult to record all the transaction in book of primary entry, that is journal. ਸਾਰੀਆਂ ਦੇ ਸਾਰੀਆਂ ਟ੍ਰਾਂਜੈਕਸ਼ਨ ਜਿਹੜੀਆਂ ਨੂਮੈਰੀਕਲ ਟਰਮ ਦੇ ਵਿੱਚ ਹੁੰਦੀਆਂ ਅਤੇ ਬਹੁਤ ਔਖਾ ਹੋ ਜਾਂਦਾ ਹੈ ਕਿ ਸਾਰੀਆਂ ਟ੍ਰਾਂਜੈਕਸ਼ਨ ਜਰਨਲ ਦੇ ਵਿੱਚ ਹੀ ਟ੍ਰਾਂਜੈਕਟ ਕਰੀਏ। ਫਾਰ ਐਗਜ਼ਾਮਪਲ ਇਨ ਅ ਬਿਜ਼ਨਸ ਮੈਨੀ ਟ੍ਰਾਂਜੈਕਸ਼ਨ ਮੇ ਰਿਲੇਟ ਟੂ ਰਿਸੈਪਟ ਐਂਡ ਪੇਮੈਂਟ ਆਫ ਕੈਸ਼, ਸੇਲ ਆਫ ਗੁਡਸ ਐਂਡ ਦੇਅਰ ਪਰਚੇਜ਼ਸ। ਇਟ ਇਜ਼ ਕਨਵੀਨੀਅੰਟ ਟੂ ਮੇਨਟੇਨ ਅ ਸੈਪਰੇਟ ਬੁੱਕ ਫॉर ਈਚ टाइप of transaction. One to record cash transaction, another to record credit purchase of goods, yet another to record credit sales of good. Books of this type is called book of original entry or primary entry. ਸੋ ਬੇਟੇ ਜ਼ਰੂਰੀ ਨਹੀਂ ਆ ਕਿ ਅਸੀਂ ਸਾਰੀਆਂ ਟ੍ਰਾਂਜੈਕਸ਼ਨ ਸਾਰੀਆਂ ਐਂਟਰੀਜ਼ ਨੂੰ ਅਸੀਂ ਪ੍ਰਾਇਮਰੀ ਬੁੱਕ ਦੇ ਵਿੱਚ ਮਤਲਬ ਜਰਨਲ ਬੁੱਕ ਦੇ ਵਿੱਚ ਹੀ ਟ੍ਰਾਂਜੈਕਟ ਕਰੀਏ। ਸਾਨੂੰ ਪਤਾ ਹੈ ਕਿ ਬਹੁਤ ਬਿਜ਼ਨਸ ਦੇ ਵਿੱਚ ਮਤਲਬ ਜਿਹੜੇ ਲਾਰਜ ਸਕੇਲ ਬਿਜ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਪ੍ਰਪੇਅਰ ਕਰਨੀਆਂ ਪੈਂਦੀਆਂ। ਉਸ ਟਾਈਮ 'ਤੇ ਬਿਜ਼ਨਸਮੈਨ ਕੀ ਕਰਦਾ ਹੈ, ਆਪਣੀਆਂ ਟ੍ਰਾਂਜੈਕਸ਼ਨ ਜਿਹੜੀਆਂ ਉਹ ਕੈਸ਼ ਦੇ ਵੇ ਦੇ ਵਿੱਚ ਜਾਂ ਮਤਲਬ ਆਪਣੀ ਜਿੱਦਾਂ ਜਿੰਨੀ ਉਹਨਾਂ ਕੋਲ ਕੈਸ਼ ਆਈ ਹੈ, ਜਿੰਨੀ ਉਹਨਾਂ ਕੋਲੋਂ ਗਈ ਹੈ, ਓਕੇ। ਈਵਨ ਉਹ ਕੀ ਪਰਚੇਜ਼ ਕਰਦੇ ਪਏ ਨੇ ਕੈਸ਼ ਦੀਆਂ ਅਤੇ ਕੈਸ਼ ਦੇ ਵਿੱਚ ਆ ਜਾਣਗੀਆਂ। ਇਫ ਦੇਅਰ ਆਰ ਕ੍ਰੈਡਿਟ ਪਰਚੇਜ਼ ਔਰ ਕ੍ਰੈਡਿਟ ਸੇਲ ਉਹ ਅਸੀਂ ਵੱਖਰੇ ਕਾਲਮ ਦੇ ਵਿੱਚ ਵੱਖਰੇ ਅਕਾਊਂਟ ਦੇ ਵਿੱਚ ਪ੍ਰਪੇਅਰ ਕਰਾਂਗੇ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਬੁੱਕ ਆਫ ਓਰੀਜਨਲ ਐਂਟਰੀ। ਆਲਸੋ ਵੀ ਕੈਨ ਸੀ ਦੈਟ ਦਾ ਪ੍ਰਾਇਮਰੀ ਐਂਟਰੀ। ਇਟ ਇਜ਼ ਅ ਸਪੈਸ਼ਲ ਫਾਰਮ ਆਫ ਜਰਨਲ, ਸਬ ਡਿਵੀਜ਼ਨ ਆਫ ਇਟ। ਅਤੇ ਇਹ ਜਰਨਲ ਦੀ ਹੀ ਸਬ ਡਿਵੀਜ਼ਨ ਹੁੰਦੀ ਹੈ ਕਿ ਅਸੀਂ ਜਰਨਲ ਤੋਂ ਵੱਖਰੀਆਂ ਟ੍ਰਾਂਜੈਕਸ਼ਨ ਉਹਨਾਂ ਦੇ ਵੱਖਰੇ ਅਕਾਊਂਟਸ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ। Journal entry is not passed for the transaction recording in such book. They are directly posted in the ledger. ਤੇ ਜਰਨਲ ਤੋਂ ਹੀ ਸਿੱਧਾ ਲੈਜ਼ਰ ਦੇ ਵਿੱਚ ਪੋਸਟ ਕਰਦੇ ਹਾਂ, ਓਕੇ। ਬਟ ਕੈਸ਼ ਬੁੱਕ ਇਜ਼ ਆਲਸੋ ਟਾਈਪ ਆਫ ਆ ਲੈਜ਼ਰ। ਕੈਸ਼ ਦੀ ਟ੍ਰਾਂਜੈਕਸ਼ਨ ਨੂੰ ਹੀ ਲੈਜ਼ਰ ਦੇ ਵਿੱਚ ਪ੍ਰਪੇਅਰ ਨਹੀਂ ਕਰਦੇ। ਸੋ ਦੀਸ ਬੁੱਕ ਆਫ ਓਰੀਜਨਲ ਔਰ ਪ੍ਰਾਇਮਰੀ ਐਂਟਰੀ ਆਰ ਆਲਸੋ ਕਾਲ ਸਪੈਸ਼ਲ ਪਰਪਸ ਬੁੱਕ। ਅਤੇ ਇਹਨਾਂ ਨੂੰ ਪ੍ਰਾਇਮਰੀ ਅਤੇ ਓਰੀਜਨਲ ਐਂਟਰੀ ਦੀਆਂ ਬੁੱਕਸ ਨੂੰ ਕੀ ਕਿਹਾ ਜਾਂਦਾ ਆ, ਸਪੈਸ਼ਲ ਪਰਪਸ book, or even we can say that special journal or subsidiary books. So classification of subsidiary book or subdivision of journal means ਮਤਲਬ ਬੱਚੇ ਜਿਹੜਾ ਜਰਨਲ ਪ੍ਰਪੇਅਰ ਕਰਦੇ ਆ ਨਾ, ਸਾਨੂੰ ਸਭ ਨੂੰ ਪਤਾ ਹਾਊ ਕੈਨ ਵੀ ਪ੍ਰਪੇਅਰ ਅ ਜਰਨਲ। ਜਰਨਲ ਦੇ ਵਿੱਚੋਂ ਅਸੀਂ ਲੈਜ਼ਰ ਦੇ ਵਿੱਚ ਜਾਂਦੇ ਹਾਂ, ਓਕੇ। ਲੈਜ਼ਰ ਦੇ ਵਿੱਚ ਅਸੀਂ ਪਰਸਨ ਦਾ ਅਕਾਊਂਟ ਬਣਾਉਂਦੇ ਹਾਂ, ਸੇਲਸ ਦਾ ਬਣਾਉਂਦੇ ਹਾਂ, ਪਰਚੇਜ਼ ਦਾ ਬਣਾਉਂਦੇ ਹਾਂ, ਕੈਸ਼ ਦਾ ਬਣਾਉਂਦੇ ਹਾਂ, ਕੈਪੀਟਲ ਦਾ ਬਣਾਉਂਦੇ ਹਾਂ। ਈਵਨ ਉਹ ਸਾਰੇ ਹੀ ਅਕਾਊਂਟ ਪ੍ਰਪੇਅਰ ਕਰਦੇ ਹਾਂ ਜਿਹੜੇ ਕਿ ਸਾਡੀ ਜਰਨਲ ਦੇ ਵਿੱਚ ਲਿਖੇ ਗਏ ਹੁੰਦੇ ਆ। ਬਟ ਕਲਾਸੀਫਿਕੇਸ਼ਨ ਆਫ ਸਬਸਿਡਰੀ ਬੁੱਕ ਦੇ ਵਿੱਚ ਬੇਟੇ ਸਿਰਫ ਅਤੇ ਸਿਰਫ 6 ਬੁੱਕਸ ਹੀ ਆਉਂਦੀਆਂ ਜਿਹੜੀਆਂ ਮਤਲਬ ਸਿੱਧੀਆਂ ਟ੍ਰਾਂਜੈਕਸ਼ਨ ਤੋਂ ਹੀ ਅਸੀਂ ਮੇਨਟੇਨ ਕਰ ਸਕਦੇ ਹਾਂ। ਫਸਟ ਇਜ਼ ਅ ਕੈਸ਼ ਬੁੱਕ, ਓਕੇ। ਸੈਕਿੰਡ ਇਜ਼ ਅ ਪਰਚੇਜ਼ ਬੁੱਕ, ਦੈਨ ਸੇਲਸ ਬੁੱਕ, then purchase return book, sales return book and journal proper. ਸੋ ਕੈਸ਼ ਬੁੱਕ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਸਿਰਫ ਅਤੇ ਸਿਰਫ ਕੈਸ਼ ਰਿਕਾਰਡ ਕੀਤੀ ਜਾਂਦੀ ਹੈ। ਪਰਚੇਜ਼ ਬੁੱਕ ਵਿੱਚ ਸਿਰਫ ਅਤੇ ਸਿਰਫ ਪਰਚੇਜ਼ ਕ੍ਰੈਡਿਟ ਪਰਚੇਜ਼ ਰਿਕਾਰਡ ਕੀਤੀਆਂ ਜਾਂਦੀਆਂ। ਸੇਲਸ ਬੁੱਕ ਦੇ ਵਿੱਚ ਕ੍ਰੈਡਿਟ ਸੇਲਸ ਰਿਕਾਰਡ ਕੀਤੀਆਂ ਜਾਂਦੀਆਂ। ਪਰਚੇਜ਼ ਰਿਟਰਨ ਬੁੱਕ ਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ ਜਿਹੜੀਆਂ ਪਰਚੇਜ਼ਸ ਸਾਨੂੰ ਵਾਪਸ ਆ ਗਈਆਂ ਹੁੰਦੀਆਂ ਔਨ ਦਾ ਬੇਸਿਸ ਆਫ ਕ੍ਰੈਡਿਟ। ਸੇਲਸ ਰਿਟਰਨ ਜਿਹੜੀਆਂ ਕਿ ਅਸੀਂ ਵਾਪਸ ਕਰ ਦਿੰਦੇ ਹਾਂ ਉਹੀ ਜਿਹੜੀਆਂ ਅਸੀਂ ਕ੍ਰੈਡਿਟ 'ਤੇ ਲਈਆਂ ਹੁੰਦੀਆਂ। ਅਤੇ ਜਰਨਲ ਪ੍ਰੋਪਰ ਦੇ ਵਿੱਚ ਅਸੀਂ ਬਾਕੀ ਸਾਰੀਆਂ ਟ੍ਰਾਂਜੈਕਸ਼ਨ ਨੂੰ ਟ੍ਰਾਂਜੈਕਟ ਕਰਦੇ ਹਾਂ ਸੋ ਦੈਟ ਕਿ ਸਾਡੀਆਂ ਟ੍ਰਾਂਜੈਕਸ਼ਨ ਜਿਹੜੀਆਂ ਆ ਉਹ ਈਜ਼ੀਲੀ ਹੀ
हो सकन बुक्स ऑफ अकाउंट्स। नाउ एडवांटेजेस ऑफ सब्सिडरी बुक, वी नो दैट बेटे असी सब्सिडरी बुक पढ़ते पे हैं। सब्सिडरी बुक मीनस स्पैशल पर्पस बुक 1 दैट इज़ अ कैश बुक। ਉਹਦੇ ਵਿੱਚ ਬੇਟੇ ਉਹਦੀ ਇੰਪੋਰਟੈਂਸ ਕੀ ਹੈ? ਸਭ ਤੋਂ ਪਹਿਲਾਂ ਡਿਵੀਜ਼ਨ ਆਫ ਵਰਕ। ਜਦੋਂ ਹੀ ਸਬਸਿਡੀ ਬੁੱਕ ਬਣਾਉਂਦੇ ਹਾਂ ਤਾਂ ਸਾਨੂੰ ਸਾਰੇ ਦਾ ਸਾਰੀਆਂ ਟ੍ਰਾਂਜੈਕਸ਼ਨ ਜਰਨਲ ਦੇ ਵਿੱਚ ਪ੍ਰਪੇਅਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਕੁਛ ਜਿਹੜੀਆਂ ਟ੍ਰਾਂਜੈਕਸ਼ਨ ਉਹ ਸਬਸਿਡੀ ਬੁੱਕਸ ਦੇ ਵਿੱਚ ਮੇਨਟੇਨ ਕਰ ਦਿੰਦੇ ਹਾਂ, ਜਿਨ੍ਹਾਂ ਨੂੰ ਕਿ ਨੰਬਰ ਆਫ ਪੀਪਲਸ ਜਿਹੜੇ ਪ੍ਰਪੇਅਰ ਕਰਦੇ। ਕੋਈ ਪਰਸਨ ਜਰਨਲ ਪ੍ਰਪੇਅਰ ਕਰੇਗਾ, ਕੋਈ ਪਰਸਨ ਕੈਸ਼ ਬੁੱਕ ਪ੍ਰਪੇਅਰ ਕਰੇਗਾ, ਕੋਈ ਪਰਸਨ ਪਰਚੇਜ਼ ਬੁੱਕ, ਕੋਈ ਪਰਸਨ ਸੇਲ ਬੁੱਕ। ਸੋ ਇਹਦੇ ਨਾਲ ਵਰਕ ਜਿਹੜਾ ਹੈ ਉਹ ਡਿਵਾਈਡ ਹੋ ਜਾਂਦਾ ਆ। ਸੈਕਿੰਡ, ਸਪੈਸ਼ਲਾਈਜੇਸ਼ਨ ਐਂਡ ਐਫੀਸ਼ੀਐਂਸੀ, ਜਿਹੜਾ ਪਰਸਨ ਜਿਹੜਾ ਵਰਕ ਕਰ ਰਿਹਾ ਹੁੰਦਾ ਆ ਉਹਦੇ ਵਿੱਚ ਹੀ ਐਕਸਪਰਟ ਹੋ ਜਾਂਦਾ ਆ ਅਤੇ ਉਹ ਆਪਣਾ ਕੰਮ ਜਿਹੜਾ ਬਹੁਤ ਹੀ ਐਫੀਸ਼ੀਐਂਟਲੀ ਬੜੇ ਹੀ ਵਧੀਆ ਤਰੀਕੇ ਨਾਲ ਕਰਦਾ ਆ, ਅਗਰ ਅਸੀਂ ਉਹਨੂੰ ਪਰਮਾਨੈਂਟਲੀ ਹੀ ਇੱਕ ਕੰਮ ਜਿਹੜਾ ਆ ਉਹ ਪ੍ਰੋਵਾਈਡ ਕਰਵਾ ਦਿੰਦੇ ਹਾਂ। ਅਤੇ ਸੇਵਿੰਗ ਆਫ ਟਾਈਮ ਬੇਟੇ, ਜਦੋਂ ਵੇਰੀਅਸ ਪੀਪਲਸ ਜਿਹੜੇ ਆ ਅੰਡਰ ਪ੍ਰੋਸੈਸ ਹੋਣਗੇ, ਕੋਈ ਪਰਸਨ ਕੈਸ਼ ਬੁੱਕ ਪ੍ਰਪੇਅਰ ਕਰੇਗਾ, ਕੋਈ ਪਰਸਨ ਜਰਨਲ ਪ੍ਰਪੇਅਰ ਕਰੇਗਾ, ਕੋਈ ਪਰਸਨ ਪਰਚੇਜ਼ ਬੁੱਕ ਸੇਲਸ ਬੁੱਕ ਕਰਨਗੇ ਅਤੇ ਨੰਬਰ ਆਫ ਬੁੱਕਸ ਹੋਣਗੀਆਂ, ਬਟ ਉਹਦੇ ਨਾਲ ਟਾਈਮ ਜਿਹੜਾ ਵਾ ਸੇਵ ਹੋ ਜਾਏਗਾ। ਵਿਦਇਨ ਲੈਸ ਟਾਈਮ ਹੀ ਤੁਹਾਡਾ ਵਰਕ ਜਿਹੜਾ ਉਹ ਕੰਪਲੀਟ ਹੋ ਜਾਏਗਾ। ਅਵੇਲੇਬਿਲਿਟੀ ਆਫ ਇਨਫੋਰਮੇਸ਼ਨ, ਅਵੇਲੇਬਿਲਿਟੀ ਆਫ ਇਨਫੋਰਮੇਸ਼ਨ ਜਦੋਂ ਅਸੀਂ ਸੈਪਰੇਟ ਬੁੱਕ ਬਣਾ ਦਿੰਦੇ ਹਾਂ ਬੇਟੇ, ਸੈਪਰੇਟ ਬੁੱਕ ਦੇ ਵਿੱਚ ਸਾਨੂੰ ਕੈਸ਼ ਨੂੰ ਲੱਭਣ ਵਾਸਤੇ ਜ਼ਿਆਦਾ ਬੁੱਕਸ ਜਿਹੜੀਆਂ ਉਹ ਫੋਲਣੀਆਂ ਨਹੀਂ ਪੈਂਦੀਆਂ। ਅਸੀਂ ਸਿੱਧਾ ਕੈਸ਼ ਬੁੱਕ 'ਤੇ ਜਾਂਦੇ ਹਾਂ ਅਤੇ ਈਜ਼ੀਲੀ ਫਾਈਂਡ ਦੈਟ ਕਿ ਸਾਡੇ ਕੋਲ ਕੈਸ਼ ਆਈ ਕਿੰਨੀ ਅਤੇ ਕੈਸ਼ ਗਈ ਕਿੰਨੀ। ਪਰਚੇਜ਼ ਬੁੱਕ 'ਤੇ ਜਾਂਦੇ ਹਾਂ ਅਤੇ ਅਸੀਂ ਈਜ਼ੀਲੀ ਫਾਈਂਡ ਕਰ ਲੈਂਦੇ ਕਿ ਸਾਡੇ ਕੋਲ ਕ੍ਰੈਡਿਟ ਪਰਚੇਜ਼ ਕਿੰਨੀਆਂ ਨੇ। ਸੇਲ ਬੁੱਕ 'ਤੇ ਜਾਂਦੇ ਹਾਂ ਅਤੇ ਅਸੀਂ ਈਜ਼ੀਲੀ ਫਾਈਂਡ ਕਰ ਲੈਂਦੇ ਕਿ ਕ੍ਰੈਡਿਟ ਸੇਲ ਕਿੰਨੀਆਂ ਨੇ। ਓਕੇ, ਸੋ ਨੈਕਸਟ ਦੈਟ ਇਜ਼ ਅ ਫੈਸਿਲਿਟਿੰਗ ਆਫ ਚੈਕਿੰਗ, ਈਜ਼ੀਲੀ ਬੇਟੇ ਉਹ ਚੈਕਿੰਗ ਹੋ ਜਾਂਦੀ ਹੈ ਉਹਨਾਂ ਦੀ। ਸਾਨੂੰ ਪਤਾ ਹੁੰਦਾ ਅਸੀਂ ਕਿਹੜੀ ਲੋਕੇਸ਼ਨ ਦੇ ਉੱਪਰ ਕਿਹੜੀ ਬੁੱਕ ਰੱਖੀ ਹੈ, ਈਜ਼ੀਲੀ ਅਸੀਂ ਉਹਨੂੰ ਫਾਈਂਡ ਆਊਟ ਕਰਦੇ ਹਾਂ ਅਤੇ ਵਿਦਇਨ ਲੈਸ ਟਾਈਮ ਅਸੀਂ ਸਾਰੀ ਦੀ ਸਾਰੀ ਇਨਕੁਆਇਰੀ ਜਿਹੜੀ ਆਪਣੀ ਉਹ ਕਰ ਲੈਂਦੇ ਹਾਂ। ਐਂਡ ਰਿਸਪੋਂਸੀਬਿਲਿਟੀ ਅਕੋਰਡਿੰਗ ਟੂ ਦ ਰੀਜ਼ਨ ਆਫ ਵਰਕ, ਰਿਸਪੋਂਸੀਬਿਲਿਟੀ ਇੱਕ ਪਰਸਨ ਦੀ ਹੁੰਦੀ ਹੈ ਕਿ ਉਹਨੇ ਆਪਣੀਆਂ ਬੁੱਕਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਆ। ਦੈਟ ਆਰ ਦਾ advantages of subsidiary book. Now bete what do you mean by cash book? ਸਾਡਾ ਚੈਪਟਰ ਹੈ that is a cash book। ਅਸੀਂ ਕੀ ਕਰਨਾ ਹੈ? cash book। Now what do you mean by cash book? cash book is a book of primary entry, ਇਹਨੂੰ ਅਸੀਂ primary entry ਵੀ ਕਹਿ ਸਕਦੇ ਹਾਂ ਬੱਚੇ, in which cash and bank transaction are recorded in the chronological order, step by step chronological order। कि अगर प्रोडक्ट कैश ਤੁਹਾਡੇ ਕੋਲ 12 ਨੂੰ ਆਈ ਹੈ, 12 ਨੂੰ ਲਿਖਾਂਗੇ, ਦੈਨ 14 ਨੂੰ ਲਿਖਾਂਗੇ, ਦੈਨ 16 ਨੂੰ। ਜਦੋਂ ਵੀ ਤੁਹਾਡੇ ਕੋਲ ਕੈਸ਼ ਆਈ ਜਾਂਦੀ ਹੈ ਜਾਂ ਕੈਸ਼ ਆਈ ਜਾਂਦੀ ਹੈ, ਮਤਲਬ ਸਟੈਪ ਬਾਏ ਸਟੈਪ ਇੱਕ ਸੀਕੁਐਂਸ ਦੇ ਵਿੱਚ ਅਸੀਂ ਉਹਨੂੰ ਲਿਖੀ ਜਾਵਾਂਗੇ। ਓਕੇ, ਸੋ ਦੈਟ ਇਜ਼ ਇਨ ਦ ਆਰਡਰ ਦੇ ਆਰ ਐਂਟਰਡ। ਰਿਸੈਪਟ ਆਰ ਰਿਕਾਰਡਡ ਔਨ ਦਾ ਡੈਬਿਟ ਸਾਈਡ। ਬੱਚੇ ਹਮੇਸ਼ਾ ਸਾਨੂੰ ਇਹ ਵੇਖਣਾ ਪਏਗਾ ਕਿ ਸਾਡੀਆਂ ਰਿਸੈਪਟ ਕਿਹੜੀ ਸਾਈਡ 'ਤੇ ਰਿਕਾਰਡ ਹੋਣਗੀਆਂ। ਰਿਸੈਪਟ ਜਦੋਂ ਹੀ ਕੈਸ਼ ਰਿਸੀਵ ਕੀਤੀ ਉਹ ਡੈਬਿਟ ਸਾਈਡ 'ਤੇ ਰਿਕਾਰਡ ਹੋਏਗੀ, while payment are recorded on the credit side. Cash transaction are recorded in the cash column and bank transaction are recorded in the bank column. Generally ਬੇਟੇ ਅਸੀਂ ਕੈਸ਼ ਬੁੱਕ ਜਿਹੜੀ ਪ੍ਰਪੇਅਰ ਕਰਦੇ ਹਾਂ ਉਹ ਸਿੰਗਲ ਕੈਸ਼ ਬੁੱਕ ਦੇ ਵਿੱਚ ਤਾਂ ਅਸੀਂ ਇਕੱਲਾ ਅਕਾਊਂਟ ਕੈਸ਼ ਦਾ ਹੀ ਬਣਾਉਂਦੇ ਹਾਂ, ਬਟ ਵੈਨ ਦੇਰ ਆਰ ਡਬਲ ਕਾਲਮ ਕੈਸ਼ ਬੁੱਕ ਤਾਂ ਅਸੀਂ ਉੱਥੇ 2 ਕਾਲਮ ਬਣਾਉਂਦੇ ਹਾਂ, ਦੈਟ ਇਜ਼ ਅ ਕੈਸ਼ ਪਲੱਸ ਬੈਂਕ। ਓਕੇ, ਸੋ ਅਸੀਂ ਉਹਦੇ ਵਿੱਚ ਵੇਖਦੇ ਹਾਂ ਕਿ ਹਾਊ ਕੈਨ ਵੀ ਪ੍ਰਪੇਅਰ ਅ ਕੈਸ਼ ਐਂਡ ਬੈਂਕ। ਓਕੇ, ਸੋ ਨਾਲ ਦੀ ਨਾਲ ਹੀ ਸਾਨੂੰ ਇਹਦੇ ਵਿੱਚ 2 ਹੀ ਚੀਜ਼ਾਂ ਜਿਹੜੀਆਂ ਲਿਖਾਂਗੇ, ਅਤੇ ਕੈਸ਼ ਬੁੱਕ ਕੈਸ਼ ਜਿਹੜੀ ਉਹ ਕੈਸ਼ ਕਾਲਮ 'ਚ ਅਤੇ ਬੈਂਕ ਜਿਹੜੀ ਉਹ ਬੈਂਕ ਕਾਲਮ ਦੇ ਵਿੱਚ ਹੀ ਲਿਖਾਂਗੇ। ਬੈਂਕ denote that when we receive payment from check and when we pay payment with check, ਤਾਂ ਉਹਨੂੰ ਅਸੀਂ ਕਿੱਥੇ ਲਿਖਾਂਗੇ? ਬੈਂਕ ਕਾਲਮ ਦੇ ਵਿੱਚ। It is balanced by deducting total payment from total except known cash in the hand and bank at bank। ਤੇ ਸਟਾਰਟਿੰਗ ਦੇ ਵਿੱਚ ਅਸੀਂ ਕੀ ਲਿਖਾਂਗੇ? cash at hand and cash in bank। okay, so now that is a feature of cash book, only cash and bank transaction recorded in the cash book। ਇਸ ਤੋਂ ਇਲਾਵਾ ਕੋਈ ਵੀ transaction record ਨਹੀਂ ਕੀਤੀ ਜਾਏਗੀ। cash receipt and check deposit are recorded in the debit side, while cash and check payment are recorded on the credit side। It record only one aspect of the transaction, that is cash only and cash। मतलब अगर तुम फर्नीचर परचेज करते पे हो कैश से तो एंट्री होगी फर्नीचर अकाउंट डेबिट टू कैश। ਤੁਸੀਂ ਫਰਨੀਚਰ ਨੂੰ ਰਿਕਾਰਡ ਨਹੀਂ ਕਰਨਾ, ਤੁਸੀਂ ਸਿਰਫ ਅਤੇ ਸਿਰਫ ਕਿਹੜੀ ਐਂਟਰੀ ਨੂੰ ਰਿਕਾਰਡ ਕਰਨਾ? ਕੈਸ਼ ਨੂੰ। ਅਤੇ ਕਿਹੜੀ ਸਾਈਡ 'ਤੇ? ਕ੍ਰੈਡਿਟ ਸਾਈਡ 'ਤੇ। ਰੀਜ਼ਨ ਬਾਏ ਫਰਨੀਚਰ।
Cash and bank transaction recorded in the cash book in chronological order in order they are entered ਤੇ ਇਹਨਾਂ ਨੂੰ ਅਸੀਂ chronological order ਦੇ ਵਿੱਚ ਹੀ enter ਕਰਾਂਗੇ in books of account. It perform the function of both journal and the ledger at the same time ਤੇ ਇਹ ਬੇਟੇ function journal ਤੇ ledger ਦਾ ਵੀ prepare ਕਰਦਾ ਹੈ ਕਿਉਂਕਿ that is a primary entry ਸਿੱਧਾ transaction ਤੋਂ ਹੀ cash book ਬਣਾ ਦਾਂਗੇ ਤੇ cash book is a type of the ledger okay ਸੋ ਇਸੇ ਤਰੀਕੇ ਨਾਲ ਹੀ ਤੁਹਾਡਾ cash book ਜਿਹੜੀ ਉਹ prepare ਕੀਤੀ ਜਾਏਗੀ ਬੇਟੇ that is a cash book ਇਸ ਤੋਂ ਬਾਅਦ ਮੈਂ ਤੁਹਾਨੂੰ next video ਵਿੱਚ ਦੱਸਾਂਗੀ that which type of cash book are there single column and double column and how can we prepare a cash book with the help of single column and double column cash book. If you have any query you can ask me with my WhatsApp number. Thanks and have a nice day.